ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਖਿਆਲ ਜਿਉਂ ਗੁਰੂ ਨਾਨਕ ਦੇਵ ਜੀ ਦੇ ਚਰਨ ਇਸ ਸੰਸਾਰ 'ਤੇ ਪਏ ਨੇ 550 ਸਾਲ ਤੋਂ ਜ਼ਿਆਦਾ ਸਮੇਂ ਵਿੱਚ ਸ਼ਾਇਦ ਇਹ ਪਹਿਲੀ ਵਾਰੀ ਹੋਇਆ ਕਿ ਰੂਹਾਨੀਅਤ ਦੇ ਮਰਕਜ਼, ਮਨੁੱਖੀ ਸੇਵਾ ਅਤੇ ਸਨਮਾਨ ਦੇ ਮਰਕਜ਼ ਔਰ ਸਿੱਖ ਜਗਤ ਦੇ ਸਿਰਮੌਰ ਤਖਤਾਂ 'ਚੋਂ ਦੂਸਰੇ ਨੰਬਰ ਦੇ ਤਖਤ ਸ੍ਰੀ ਪਟਨਾ ਸਾਹਿਬ ਤੋਂ ਜਾਂ ਕਿਸੇ ਵੀ ਗੁਰਦੁਆਰੇ ਤੋਂ ਕਿਸੇ ਨੇ ਫਿਰੌਤੀ ਮੰਗੀ ਹੋ, ਜਿਹਨੂੰ ਬਿਹਾਰ ਦੀ ਭਾਸ਼ਾ 'ਚ ਕਹਿੰਦੇ ਰੰਗਦਾਰੀ। ਅਤੇ ਗੁਰਦੁਆਰਾ ਸਾਹਿਬ ਬਾਲ ਲੀਲਾ ਇੱਕ ਬਹੁਤ ਸ਼ਾਈਨਿੰਗ ਸਥਾਨ ਹੈ ਸਿੱਖ ਜਗਤ ਦਾ। ਸਿੱਖ ਇਤਿਹਾਸ ਨਾਲ ਬਹੁਤ ਗਹਿਰਾ ਸੰਬੰਧ ਹੈ। ਇਹ ਸਭ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦੇਣ ਵਾਲੇ ਮਾਤਾ ਗੁਜਰੀ ਜੀ ਹਨ, ਪਰ ਇਹ ਘੱਟ ਲੋਕਾਂ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਦੋ ਮਾਵਾਂ ਸਨ। ਇੱਕ ਜਿਨ੍ਹਾਂ ਨੇ ਜਨਮ ਦਿੱਤਾ ਔਰ ਦੂਜੇ ਜਿਹੜੇ ਜਿਨ੍ਹਾਂ ਦੀ ਗੋਦ 'ਚ ਬੈਠ ਕੇ ਉਹਨਾਂ ਨੂੰ ਮਾਂ ਦਾ ਸਨਮਾਨ ਦਿੱਤਾ। ਮਾਤਾ ਬਿਸੰਬਰੀ ਦੇਵੀ, ਜਿਨ੍ਹਾਂ ਨੂੰ ਰਾਣੀ ਮੈਣੀ ਕਹਿੰਦੇ ਨੇ, ਉਹ ਸਥਾਨ ਦਾ ਨਾਮ ਬਾਲ ਲੀਲਾ ਹੈ। ਸਾਰੇ ਦੇਸ਼ ਵਿਦੇਸ਼ ਤੋਂ ਸੰਗਤਾਂ ਆ ਕੇ ਠਹਿਰਦੀਆਂ ਨੇ, ਯਾਤਰਾ ਕਰਦੀਆਂ ਨੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸ ਕਾਲ ਨੂੰ ਅਨੁਭਵ ਕਰਦੀਆਂ। ਜਿੱਥੇ ਕਦੀ ਪੀਰ ਭੀਖਨ ਸ਼ਾਹ ਨੇ ਸਜਦਾ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਖੁਦਾ, ਅਤੇ ਪੰਡਿਤ ਸ਼ਿਵਦੱਤ ਜੀ ਨੇ ਉਹਨਾਂ ਨੂੰ ਆਪਣਾ ਰਾਮ ਕਹਿ ਕੇ ਸਨਮਾਨ ਭੇਟ ਕੀਤਾ। ਅੱਜ ਉੱਥੇ ਹੀ ਸਿੱਖ ਜਗਤ ਦੇ ਮਹਾਨ ਦੂਜੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਕਿਸੇ ਮਨੁੱਖ ਨੇ ਬਾਕਾਇਦਾ ਰਜਿਸਟਰਡ ਲੈਟਰ ਲਿਖ ਕੇ ਆਪਣੇ ਫ਼ੋਨ ਨੰਬਰ ਪਾ ਕੇ, ਐਡਰੈਸ ਪਾ ਕੇ ਅਤੇ ਹਿਮਾਕਤ ਕੀਤੀ ਕਿ 1 ਮਹੀਨੇ ਵਿੱਚ 50 ਕਰੋੜ ਰੁਪਇਆ ਫਿਰੌਤੀ ਦੇਣ ਲਈ ਆਖਿਆ ਗਿਆ, ਨਹੀਂ ਤਾਂ ਪ੍ਰਬੰਧਕਾਂ ਦੀ ਜਾਨ ਖਤਮ ਹੋ ਜਾਏਗੀ, ਭਾਵ ਉਹਨਾਂ ਨੂੰ ਮਾਰ ਦਿੱਤਾ ਜਾਏਗਾ। ਸਾਰੇ ਸਿੱਖ ਜਗਤ ਵਿੱਚ ਅਤੇ ਸਾਰੇ ਹੀ ਸੰਸਾਰ ਵਿੱਚ ਇਸ ਗੱਲ ਨੂੰ ਬੜੇ ਨਿੰਦਣਯੋਗ ਢੰਗ ਨਾਲ ਦੇਖਿਆ ਜਾ ਰਿਹਾ ਔਰ ਬਿਹਾਰ ਪ੍ਰਸ਼ਾਸਨ ਨੂੰ ਅਸੀਂ ਸੂਚਿਤ ਕੀਤਾ, ਪੁਲਿਸ ਨੂੰ ਔਰ ਹਾਈ ਰੈਂਕਸ ਨੂੰ, ਸਾਰਿਆਂ ਨੂੰ, ਔਰ ਮਾਣਯੋਗ ਨੀਤੀਸ਼ ਕੁਮਾਰ ਜੀ CM ਬਿਹਾਰ, ਉਹਨਾਂ ਨੂੰ ਵੀ ਅਸੀਂ ਸੂਚਿਤ ਕੀਤਾ। ਸਾਰੇ ਪ੍ਰਬੰਧ ਨੇ, ਸਰਦਾਰ ਜਥੇਦਾਰ ਅਵਤਾਰ ਸਿੰਘ ਜੀ ਹਿੱਤ ਅਤੇ ਸਾਰੇ ਪ੍ਰਬੰਧਕਾਂ ਨੇ ਮਿਲ ਕੇ, ਹੁਣ ਵੀ ਮੀਟਿੰਗਾਂ ਇਸ ਵੇਲੇ ਵੀ ਚੱਲ ਰਹੀਆਂ ਨੇ। ਇਸ ਦੇਸ਼ ਦੇ ਰਾਸ਼ਟਰਪਤੀ, ਦੇਸ਼ ਦੇ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ, ਸਾਰਿਆਂ ਨੂੰ ਇਹ ਲਿਖਿਆ ਜਾਏਗਾ ਕਿ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਇੱਕ ਬਹੁਤ ਵੱਡਾ ਸਨਮਾਨਿਤ 5 ਤਖਤਾਂ 'ਚੋਂ, ਜੋ ਸਿਰਮੌਰ 5 ਤਖਤ ਨੇ, ਉਹਨਾਂ 'ਚੋਂ ਦੂਸਰਾ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਅਦ ਤਖਤ ਪਟਨਾ ਸਾਹਿਬ, ਜੋ ਸਾਰੇ ਸਿੱਖ ਜਗਤ ਦੀ ਅਤੇ ਸਾਰੀ ਮਨੁੱਖਤਾ ਦੇ ਆਸਥਾ ਦਾ ਮਰਕਜ਼ ਹੈ। ਐਸੇ ਮਹਾਨ ਅਸਥਾਨ ਬਾਰੇ ਇਸ ਤਰ੍ਹਾਂ ਦੀ ਭਾਵਨਾ ਰੱਖਣਾ ਜਾਂ ਇਸ ਤਰ੍ਹਾਂ ਦੀ ਘਟਨਾ ਹੋ ਜਾਣਾ, ਇਹ ਬਹੁਤ ਨਿੰਦਨੀय ਹੈ ਔਰ ਨਾ ਕਾਬਲੇ ਬਰਦਾਸ਼ਤ ਹੈ। ਬਾਕੀ ਅਸੀਂ ਖੁੱਲ੍ਹਾ ਚੈਲੰਜ ਵੀ ਕਰਦੇ ਹਾਂ ਕਿ ਜਿਸ ਨੇ ਆਉਣਾ ਹੋਵੇ ਤੋਪਾਂ ਲੈ ਕੇ ਆ ਜਾਏ, ਟੈਂਕ ਲੈ ਕੇ ਆ ਜਾਏ। ਸਾਡੇ ਸਰੀਰ ਵਿੱਚ ਜਿੰਨਾ ਚਿਰ ਪ੍ਰਾਣ ਨੇ, ਜਾਂ ਅਸੀਂ ਉਸ ਹਮਲਾਵਰ ਨੂੰ ਜਿੰਨਾ ਚਿਰ ਪ੍ਰਾਣਹੀਣ ਨਹੀਂ ਕਰ ਦੇਵਾਂਗੇ, ਅਸੀਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਵਾਜ਼ੇ ਵੱਲ ਵੀ ਮਾੜੀ ਨਜ਼ਰ ਨਾਲ ਨਹੀਂ ਵੇਖਣ ਦੇਵਾਂਗੇ। ਅਸੀਂ ਹੱਦ ਤੋਂ ਜ਼ਿਆਦਾ ਨਿਰਮਾਣ ਹਾਂ, ਹੱਦ ਤੋਂ ਜ਼ਿਆਦਾ ਹਲੇਮੀ ਰੱਖਦੇ ਹਾਂ, ਪਰ ਜਦ ਸਾਡੇ ਤਖਤ ਸਾਹਿਬਾਨ, ਸਾਡੇ ਗੁਰੂ ਅਸਥਾਨਾਂ ਬਾਰੇ ਕੋਈ ਇਸ ਤਰ੍ਹਾਂ ਦੀ ਸੋਚ ਰੱਖੇਗਾ तो फिर सतगुरु ने सानू सरीसा भी बख्शी है।
ਅਸੀਂ ਕਿਸੇ ਦੇ ਵੈਰੀ ਨਹੀਂ ਹਨ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਜਿਹਨੇ 50 ਕਰੋੜ ਲੈਣ ਵਾਸਤੇ ਆਉਣਾ ਹੈ, ਆਪਣੇ ਬੋਰੇ ਨਾਲ ਲੈ ਕੇ ਆਵੇ ਅਤੇ ਇੱਕ ਬੋਰਾ ਖਾਲੀ ਵੀ ਨਾਲ ਲੈ ਕੇ ਆਵੇ ਜਿਹਦੇ 'ਚ ਆਪਣਾ ਸਿਰ ਲੈ ਕੇ ਜਾਣਾ। ਇਸ ਲਈ ਕੋਈ ਖਾਲਾ ਜੀ ਦਾ ਵਾੜਾ ਨਹੀਂ ਵੀ ਜਿਹੜਾ ਮਰਜ਼ੀ ਬੰਦਾ ਆ ਕੇ ਅਤੇ ਗੁਰੂ ਘਰਾਂ ਦੀ ਬੇਅਦਬੀ ਕਰ ਜਾਏਗਾ। ਅਸੀਂ ਬੇਅਦਬੀ ਲਈ ਆਪਣੇ ਪ੍ਰਾਣ ਦੇ ਵੀ ਸਕਦੇ ਹਾਂ, ਅਤੇ ਜੇ ਕੋਈ ਗੁਰੂ ਸਾਹਿਬ ਦੀ ਬੇਅਦਬੀ ਕਰਨਾ ਚਾਹੇਗਾ ਅਤੇ ਉਹਦੀ ਰਾਖੀ ਵਾਸਤੇ ਜੇ ਲੋੜ ਪਏ ਤਾਂ ਅਸੀਂ ਪ੍ਰਾਣ ਲੈ ਵੀ ਸਕਦੇ ਹਾਂ। ਇਸ ਲਈ ਜਿਹਨੇ ਆਉਣਾ ਪੂਰੀ ਤਿਆਰੀ ਨਾਲ ਆਵੇ ਅਤੇ ਆ ਕੇ ਤੇ ਸਾਹਮਣੇ ਗੱਲ ਕਰੇ। ਇਹ ਨਹੀਂ ਵੀ ਚਿੱਠੀਆਂ ਲਿਖ ਕੇ ਪਾ ਦਿੱਤੀਆਂ ਅਤੇ ਗੱਲਾਂ ਕਰ ਦਿੱਤੀਆਂ, ਅਤੇ ਇਸ ਨਾਲ ਨਾ ਸਿੱਖ ਜਗਤ ਕਦੀ ਭੈਭੀਤ ਹੋਇਆ ਅਤੇ ਨਾ ਕਦੀ ਹੋ ਸਕਦਾ। ਹੁਣ ਸਰ ਪ੍ਰਧਾਨ ਮੰਤਰੀ ਦਾ ਪ੍ਰਬੰਧ ਹੋਇਆ ਹਾਂਜੀ ਸ਼ਿਕਾਇਤ ਕੀਤੀ ਹੈ ਪੁਲਿਸ ਨੂੰ? ਹਾਂਜੀ, ਕੁਝ ਸਿਕਿਉਰਿਟੀ ਵਗੈਰਾ ਮਿਲੀ ਉੱਥੇ ਕੀ ਹੈ? ਸਿਕਿਉਰਿਟੀ ਤਾਂ ਉੱਥੇ ਆਲਰੇਡੀ ਪਹਿਲਾਂ ਹੈਗੀ ਹੈ। ਨਹੀਂ ਓਕੇ, ਆਪ ਇਹਨੂੰ ਧਮਕੀ ਨੂੰ ਦੇਖਦੇ ਹੋਏ ਧਮਕੀ ਨੂੰ ਦੇਖਦਿਆਂ ਹੋਇਆ ਹੁਣ ਮੈਂ ਤਾਂ ਮਹਾਰਾਜ ਜੀ ਦਾ 400 ਸਾਲਾ ਮਨਾਉਣ ਲਈ ਇੱਥੇ ਪੰਜਾਬ 'ਚ ਆਇਆ ਸੀ। ਮੰਜੀ ਸਾਹਿਬ ਸਮਾਗਮ ਸਨ। ਇੱਕ ਦੋ ਦਿਨਾਂ 'ਚ ਮੈਂ ਪਟਨਾ ਸਾਹਿਬ ਪਹੁੰਚਾਂਗਾ, ਫਿਰ ਸਾਰਾ ਜਾ ਕੇ ਮੁਆਇਨਾ ਕਰਾਂਗੇ। ਮੇਰੀ ਜਿਹੜੀ ਪਰਸਨਲ ਸਿਕਿਉਰਿਟੀ ਹੈ, ਮੈਂ ਕਈ ਵਾਰੀ ਪੰਜਾਬ ਸਰਕਾਰ ਨੂੰ, DGP ਨੂੰ ਔਰ ਆਪਣੇ ਇੱਥੋਂ ਦੇ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਨੂੰ ਲਿਖਿਆ ਹੈਗਾ। ਉਹ ਫਾਰਮੈਲਿਟੀ ਜੀ ਕਰਕੇ ਆਉਂਦੇ ਨੇ, ਲਿਖ ਕੇ ਕੁਝ ਲੈ ਜਾਂਦੇ ਨੇ, ਫਿਰ ਚਲੇ ਜਾਂਦੇ ਨੇ। ਫਿਰ ਕੋਈ ਮੈਂ ਇਹਨਾਂ ਨੂੰ ਕਈ ਵਾਰੀ ਕਿਹਾ ਕਿ ਤੁਸੀਂ ਜਦੋਂ ਮੈਂ ਪੰਜਾਬ 'ਚ ਆਉਣਾ ਉਦੋਂ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਸਿਕਿਉਰਿਟੀ ਪ੍ਰੋਵਾਈਡ ਕਰਾਓ। ਬਾਕੀ ਸਾਰੇ ਤਖਤ ਸਾਹਿਬ ਦੇ ਜਥੇਦਾਰਾਂ ਦੀ ਸਾਰਿਆਂ ਦੀ ਸਿਕਿਉਰਿਟੀ ਹੈਗੀ ਹੈ, ਸਭ ਨੂੰ ਪਤਾ ਹੈਗਾ। ਅਤੇ ਉਹਦਾ ਜਾਂ ਤਾਂ ਕੋਈ ਕਿਸੇ ਹਾਦਸੇ ਨੂੰ ਉਡੀਕ ਰਹੇ ਨੇ, ਵੀ ਕੋਈ ਹਮਲਾ ਕਰੇ ਉਸ ਨੂੰ ਉਡੀਕ ਰਹੇ ਨੇ, ਅਤੇ ਜਾਂ ਪਤਾ ਨਹੀਂ ਇਹਨਾਂ ਦੀ ਕੀ ਨੀਤੀ ਹੈ, ਕੀ ਇਹਨਾਂ ਦੀ ਪਾਲਿਸੀ ਹੈ, ਕਿਸ ਕਰਕੇ ਇਹ ਅਜੇ ਮੈਨੂੰ ਸਿਕਿਉਰਿਟੀ ਪ੍ਰੋਵਾਈਡ ਨਹੀਂ ਕਰਾ ਰਹੇ। ਬਾਕੀ ਗੁਰੂ ਦੀ ਸਿਕਿਉਰਿਟੀ ਨਾਲ ਹੈ ਹੀ ਹੈ ਉਸ 'ਤੇ। ਇਸ ਕਰਕੇ ਤੋਂ ਬਾਅਦ ਵੀ ਕੋਈ ਹਿਲਜੁਲ ਹੋਈ? ਹਾਂ, ਕੁਛ ਆਏ ਸੀ ਪੁਲਿਸ ਕਰਮੀ, ਘਰ ਆਏ ਸੀ, ਫਿਰ ਆ ਕੇ ਉਹ ਲਿਖ ਲਿਖਾ ਕੇ ਫਿਰ ਚਲੇ ਗਏ ਵਾਪਸ, ਫਿਰ ਦੁਬਾਰੇ ਆਏ ਨਹੀਂ। ਅੱਛਾ ਜੀ। ਅਤੇ ਉਸ ਲਈ ਇਹ ਹੁਣ ਇਹਨਾਂ ਦੀ ਮਰਜ਼ੀ ਹੈ ਵੀ ਇਹਨਾਂ ਨੇ ਸਿਕਿਉਰਿਟੀ ਦੇਣੀ ਹੈ ਕਿ ਨਹੀਂ ਦੇਣੀ। ਇਸ ਟਾਈਮ ਤੱਕ ਉੱਥੇ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਵੱਲੋਂ ਕੋਈ ਸੰਪਰਕ ਸਾਧ ਕੇ ਕੋਈ ਗੱਲਬਾਤ ਹੋਈ ਹੈ, ਕੁਝ ਬਰੀਕੀ ਤੱਕ ਪਹੁੰਚੇ ਨੇ? ਹਾਂਜੀ, ਉਹ ਆਪਣਾ ਪ੍ਰਸ਼ਾਸਨ ਕੰਮ ਕਰ ਰਿਹਾ, ਉਹ ਸਾਰੀ ਛਾਣਬੀਨ ਕਰ ਰਿਹਾ। ਜਿਸ ਬੰਦੇ ਦੇ ਲੈਟਰ ਅਤੇ ਨੰਬਰ ਨੇ, ਫ਼ੋਨ ਨੰਬਰ, ਉਹ ਪਤਾ ਲੱਗਿਆ ਵੀ ਉਹ DM ਆਫਿਸ ਵਿੱਚ, ਉੱਥੇ ਪਟਨਾ DM ਆਫਿਸ ਵਿੱਚ ਉਹ ਕੰਮ ਕਰਦਾ। ਅਤੇ ਉਸ ਨਾਲ ਜਿਹੜੀ ਗੱਲਬਾਤ ਹੋਈ ਹੈ, ਉਹ ਕਹਿੰਦਾ ਵੀ ਮੈਨੂੰ ਤਾਂ ਪਤਾ ਵੀ ਨਹੀਂ ਹੈ ਕਿ ਨੰਬਰ ਕਿਹਨੇ ਦਿੱਤੇ ਨੇ, ਫਰਜ਼ੀ ਨੰਬਰ ਹੈ ਅਤੇ ਫਰਜ਼ੀ ਨੰਬਰ। ਅਤੇ ਇਸ ਵਾਸਤੇ ਮੈਂ ਅਪੀਲ ਕਰਾਂਗਾ ਬਿਹਾਰ ਸਰਕਾਰ ਨੂੰ ਵੀ, ਕੇਂਦਰ ਸਰਕਾਰ ਨੂੰ ਵੀ, ਕਿ ਤੁਸੀਂ ਗਹਿਰਾਈ ਨਾਲ ਇਹਦੀ ਛਾਣਬੀਨ ਕਰੋ, ਅਤੇ ਐਸਾ ਨਾ ਹੋਵੇ ਕਿ ਕੋਈ ਖੂਨ ਖਰਾਬਾ ਹੋਵੇ ਜਾਂ ਕੋਈ ਅਸਥਾਨ ਦੀ, ਤਖਤ ਸਾਹਿਬ ਦੀ ਕੋਈ ਬੇਹੁਰਮਤੀ ਹੋਵੇ। ਔਰ ਇਹ ਆਸਥਾ ਦਾ ਮਰਕਜ਼ ਹੈ, ਮਨੁੱਖਤਾ ਦੀ ਸੇਵਾ ਦਾ ਮਰਕਜ਼ ਹੈ, ਮਨੁੱਖਤਾ ਦੇ ਸਨਮਾਨ ਦਾ ਮਰਕਜ਼ ਹੈ। ਅਤੇ ਬਾਕੀ ਜਿਹੜੇ CM ਨੇ ਬਿਹਾਰ ਦੇ, ਉਹ ਤਾਂ ਬਹੁਤ ਜ਼ਿਆਦਾ ਤਖਤ ਸਾਹਿਬ ਦਾ ਸਨਮਾਨ ਕਰਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਨਮਾਨ ਕਰਦੇ ਨੇ। ਹਰ ਸਮਾਗਮ ਵਿੱਚ ਕਾਫੀ ਵੱਡੇ ਪੱਧਰ 'ਤੇ ਉਹ ਸੇਵਾ ਕਰਦੇ ਨੇ ਔਰ ਆ ਕੇ ਸ਼ਮੂਲੀਅਤ ਕਰਦੇ ਨੇ। ਅਤੇ ਇਸ ਲਈ ਮੈਂ ਆਸਵੰਦ ਹਾਂ ਕਿ ਇਸ ਧਮਕੀ ਦੇਣ ਵਾਲੇ ਦੀ ਗਹਿਰਾਈ ਨਾਲ ਛਾਣਬੀਨ ਹੋਵੇਗੀ। ਇਹਦੇ ਪਿੱਛੇ ਰੂਟਸ ਕੀ ਨੇ ਉਹ ਸਾਰਾ ਪਤਾ ਲੱਗੇਗਾ। ਗੱਲਾਂ ਤਾਂ ਕਈ ਤਰ੍ਹਾਂ ਦੀਆਂ ਸਾਹਮਣੇ ਆ ਰਹੀਆਂ ਨੇ। ਕੋਈ ਕਹਿ ਰਿਹਾ ਕਿ ਵਿੱਚੋਂ ਲੋਕ ਮਿਲੇ ਹੋਏ ਨੇ। ਅੱਗੇ ਵੀ ਇੱਕ ਵਾਰੀ ਲੋਕ ਮਿਲੇ ਹੋਏ? ਹੁਣ ਇਹ ਤਾਂ ਛਾਣਬੀਨ ਦਾ ਸਬਜੈਕਟ ਹੈਗਾ, ਉਹਦੇ ਬਾਅਦ ਸਾਰਾ ਪਤਾ ਲੱਗੇਗਾ। ਜੇ ਕੋਈ ਮਿਲਿਆ ਹੋਇਆ ਤਾਂ ਉਹ ਬਖਸ਼ਿਆ ਉਹ ਵੀ ਨਹੀਂ ਜਾਏਗਾ। ਕਿਸੇ ਕੇਂਦਰੀ ਏਜੰਸੀ ਨੇ ਤੁਹਾਨੂੰ ਸੰਪਰਕ ਕੀਤਾ ਇਸ ਦੇ ਬਾਬਤ ਹਾਲ ਤੱਕ? ਕੇਂਦਰੀ ਏਜੰਸੀ ਦਾ ਅਜੇ ਤੱਕ ਮੇਰੇ ਨਾਲ ਕੋਈ ਸੰਪਰਕ ਨਹੀਂ ਹੋਇਆ। ਤੁਹਾਨੂੰ ਕੀ ਲੱਗਦਾ ਹੈ ਕਿੰਨੇ ਕਿ ਹੋ ਗਏ ਸਿੱਖਾਂ ਨੂੰ ਨੁਕਸਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਸੇ ਵਜ੍ਹਾ ਨਾਲ, ਦੇਸ਼ ਦਾ ਮਾਹੌਲ ਖਰਾਬ ਕਰਨ ਨੂੰ ਲੈ ਕੇ? ਉਹ ਤਾਂ ਦੇਖੋ ਜੀ, ਜੇ ਕੋਈ ਅੱਗ ਜਲਾਵੇਗਾ ਤਾਂ ਧੂੰਆਂ ਤਾਂ ਨਿਕਲੇਗਾ ਹੀ। ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ ਤਾਂ ਜਿਹੜੇ ਲੋਕ ਇਸ ਗੱਲ ਨੂੰ ਨਹੀਂ ਸਮਝਦੇ, ਉਹ ਉਹਨਾਂ ਦਾ ਤੈਸ ਵਿੱਚ ਆਉਣਾ ਕੁਦਰਤੀ ਹੈ। ਉਹਨਾਂ ਨੂੰ ਵੀ ਮੈਂ ਅਪੀਲ ਕਰਾਂਗਾ ਕਿ ਤੁਸੀਂ ਕੋਈ ਤੈਸ ਵਿੱਚ ਨਾ ਆਵੇ ਅਤੇ ਨਾ ਕੋਈ ਇਸ ਤਰ੍ਹਾਂ ਦਾ ਮਾਹੌਲ ਖਰਾਬ ਹੋਵੇ। ਬਾਕੀ ਸਿੱਖ ਜਿਹੜਾ ਹੈ ਉਹ ਆਪਣੇ ਗੁਰੂ ਅਸਥਾਨਾਂ ਦੀ ਰਾਖੀ ਕਰਨ ਦੇ ਸਮਰੱਥ ਹੈ। ਕੋਈ ਇਸ ਤਰ੍ਹਾਂ ਨਹੀਂ ਵੀ ਜਿਹੜਾ ਮਰਜ਼ੀ ਆ ਕੇ ਤੇ ਬੇਅਦਬੀ ਕਰ ਜਾਏ।